वाहिगुरु जी का खालसा वाहिगुरु जी की फतेह। परम सन्मानयोग गुरु प्यारे गुरु सवारे सत्संगी जनों, अज की गुरमत क्लास विच आप सारिਆਂ ਨੂੰ जी आया। जिस तरह कि आप जी ਨੂੰ पता है हर शुक्रवार ਨੂੰ ਅਸੀਂ ਭਗਤ ਬਾਣੀ ਦੇ ਵਿੱਚੋਂ ਜੋ ਸ਼ਬਦ ਔਖੇ ਹਨ, ਜਿਨ੍ਹਾਂ ਦੇ ਭਾਵ ਅਰਥ ਡੂੰਘੇ ਹਨ, ਉਹਨਾਂ ਦਾ ਵਿਚਾਰ ਹਰ ਹਫ਼ਤੇ ਅਸੀਂ ਸ਼ਬਦਾਂ ਦੀ ਕਰਦੇ ਹਾਂ। ਅੱਜ ਗੌੜੀ ਰਾਗ ਵਿੱਚ ਭਗਤ ਕਬੀਰ ਜੀ ਦਾ ਸ਼ਬਦ ਹੈ, जोत की जात जात की ज्योति तित लागे कंचुआ फल मोती। ये शब्द विचार करनगे भैन जी मनिंदर कौर जी। शब्द विचार तो पहला इसे शब्द का गायन बच्ची हरप्रीत कौर जी आप जी को सरवण करा रहे हैं। मैं हरप्रीत कौर जी को बेनती कि शब्द गायन प्रारंभ कर जी। वाहिगुरु जी का खालसा वाहिगुरु जी की फतेह। ਵੀਰ ਜੀ ਪਹਿਲੇ ਮੈਂ ਥੋੜਾ ਜਿਹਾ ਬੋਲਣਾ ਉਸ ਤੇ ਸ਼ਬਦ ਕੀ ਫਤਿਹ। ਅੱਜ ਅਸੀਂ ਸ਼ਬਦ ਜਿਸ ਦੀ ਵਿਚਾਰ ਕਰ ਰਹੇ ਹਾਂ ਗੌੜੀ ਕਬੀਰ ਜੀ। जोत की जात जात की ज्योति तित लागे कंचुआ फल मोती। कवन सो कर जो निर्भव कहिए भव भज जाए अभय होए रहिए रहाओ। तट तीरथ नहीं मन पति आए चार अचार रहे उर्छाए। पाप पुण्य दोए एक समान निज घर पारस तजो गुण आन। कबीर निर्गुण नाम न रोस इस परचाए परच रहो एस। ਇਹ ਸ਼ਬਦ ਭਗਤ ਕਬੀਰ ਜੀ ਦਾ ਗੌੜੀ ਰਾਗ ਵਿੱਚ ਉਚਾਰਨ ਕੀਤਾ ਹੋਇਆ 9ਵਾਂ ਸ਼ਬਦ ਹੈ, ਜੋ ਕਿ 325 ਅੰਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਹੈ। ਇਸ ਦੇ ਸਿਰਲੇਖ ਦਾ ਉਚਾਰਨ ਗੌੜੀ ਅਤੇ ਕਬੀਰ ਜੀ ਨੂੰ ਨਿਖੇੜ ਕੇ ਪੜ੍ਹਨਾ ਹੈ। ਗੌੜੀ ਤੋਂ ਬਾਅਦ ਵਿਸ਼ਰਾਮ ਦੇਣਾ ਹੈ। ਇੱਕ ਤੁਕ ਵਾਲਾ ਸ਼ਬਦ ਹੈ। ਇੱਕ ਤੁਕਾ ਤੋਂ ਭਾਵ ਹੈ ਕਿ ਇੱਕ ਪੰਕਤੀ ਵਾਲਾ ਇੱਕ ਤੁਕ ਵਾਲਾ। ਜਿਸ ਤਰ੍ਹਾਂ ਕਿ ਅਸੀਂ ਸਕਰੀਨ ਤੇ ਵੀ ਦੇਖ ਰਹੇ ਹਾਂ, ਇਸ ਸ਼ਬਦ ਵਿੱਚ ਇੱਕ ਇੱਕ ਪੰਕਤੀ ਦੇ 4 ਬੰਦ ਹਨ। 4 ਅੰਕ ਤੋਂ ਇਹੀ ਭਾਵ ਹੈ। ਅੱਗੇ ਜੋ 9 ਨੰਬਰ ਆਇਆ ਹੈ ਉਸ ਤੋਂ ਸਮਝ ਆਉਂਦੀ ਹੈ ਕਿ ਇਹ ਕਬੀਰ ਜੀ ਦਾ ਗੌੜੀ ਰਾਗ ਵਿੱਚ ਚੌਪਦਿਆਂ ਵਾਲੇ 14 ਸ਼ਬਦਾਂ ਵਿੱਚੋਂ 9ਵਾਂ ਸ਼ਬਦ ਹੈ। ਇਸ ਸ਼ਬਦ ਦੀ ਰਹਾਉ ਦੀ ਤੁਕ ਹੈ, ਕਵਣ ਸੋ ਕਰ ਜੋ ਨਿਰਭਉ ਕਹੀਏ ਭਉ ਭਜ ਜਾਏ ਅਭੈ ਹੋਏ ਰਹੀਏ ਰਹਾਉ। ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹੀ ਹਾਂ ਕਿ ਰਹਾਉ ਦੀ ਪੰਕਤੀ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਇਸ ਲਈ ਗਾਇਨ ਕਰਨ ਸਮੇਂ ਇਸ ਪੰਕਤੀ ਨੂੰ ਸਥਾਈ ਬਣਾ ਕੇ ਗਾਇਨ ਕਰਨ ਦੀ ਤਾਕੀਦ ਕੀਤੀ ਜਾਂਦੀ ਹੈ। ਹੁਣ ਅਸੀਂ ਇਸ ਸ਼ਬਦ ਨੂੰ ਤੰਤੀ ਸਾਜ਼ ਤੇ ਬੱਚੀ ਹਰਪ੍ਰੀਤ ਕੌਰ ਤੋਂ ਸਰਵਣ ਕਰਦੇ ਹਾਂ। ਹਰਪ੍ਰੀਤ ਕੌਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
बहुत ਵਧੀਆ ਹਰਪ੍ਰੀਤ ਕੌਰ। ਜਿਸ ਤਰ੍ਹਾਂ ਕਿ ਹੁਣੇ ਅਸੀਂ ਸ਼ਬਦ ਸਰਵਣ ਕੀਤਾ ਹੈ, ਜਿਸ ਵਿੱਚ ਰਹਾਉ ਦੀ ਤੁਕ ਨੂੰ ਹੀ ਸਥਾਈ ਬਣਾ ਕੇ ਬੱਚੀ ਨੇ ਗਾਇਨ ਕੀਤਾ ਹੈ। ਸਭ ਤੋਂ ਪਹਿਲਾਂ ਇसी ਪੰਕਤੀ ਦੀ ਵਿਚਾਰ ਕਰਾਂਗੇ ਤੇ ਸਮਝਣ ਦਾ ਯਤਨ ਕਰਾਂਗੇ ਕਿ ਇਸ ਸ਼ਬਦ ਰਾਹੀਂ ਕਬੀਰ ਜੀ ਕਿਹੜੀ ਗੱਲ ਸਮਝਾ ਰਹੇ ਹਨ। ਇਸ ਨੂੰ ਸੰਖੇਪ ਤੋਂ ਡਿਟੇਲ ਵੀ ਸਮਝਣ ਦਾ ਯਤਨ ਕਰਦੇ ਹਾਂ। ਰਹਾਉ ਦੀ ਪੰਕਤੀ ਵੀ ਸਵਾਲ ਹੈ, ਕੁਐਸਚਨ ਹੈ, ਇਸ ਲਈ ਉਚਾਰਨ ਕਰਨ ਲੱਗਿਆਂ ਵੀ ਇਸ ਗੱਲ ਦਾ ਧਿਆਨ ਰੱਖਦੇ ਹੋਏ ਉਚਾਰਨ ਕਰਨ ਨਾਲ ਅਰਥ ਜਲਦੀ ਸਪਸ਼ਟ ਹੁੰਦੇ ਹਨ। कवण सुख कर जो निर्भव कहिए, भव भज जाए अभय होए रहिए। रहाओ कर यानी ठिकाना, निर्भव तो भाव है डर तो खाली। कबीर जी आखदे हन कि ओ केड़ी थां है, केड़ी जगह है, केड़ा ठिकाना है जेड़ा डर तो खाली है, जिथे रहा हिरदे दा डर दूर हो जाता है। किथे निडर होके रह सकीदा है, क्योंकि असी जदों संसार वल देखते हाँ ते हर थां ते किथे ना किथे डर ही है। किसे नू पैसे वालों, किसे नू धीआं पुत्रां वालों, कोई इस तरह की जगह ही नहीं है जिथे असी निडर होके रह सकते हाँ। रहाओ दी
इसी पंक्ति ਨੂੰ ਗਹਿਰਾਈ ਨਾਲ ਹੋਰ ਸਮਝਣ ਦਾ ਯਤਨ ਕਰੀਏ ਤਾਂ ਕਬੀਰ ਜੀ ਇੱਕ ਇੱਥੇ ਸਿਚੁਏਸ਼ਨ ਦਿੰਦੇ ਪਏ ਨੇ ਕਿ ਉਹ ਕਿਹੜੀ ਥਾਂ ਹੈ, ਕਿਹੜੀ ਅਵਸਥਾ ਹੈ ਜਿੱਥੇ ਸਹਿਮ ਖਤਮ ਹੋ ਜਾਂਦਾ ਹੈ। ਕੋਈ ਡਰ ਨਹੀਂ ਰਹਿੰਦਾ, ਡਰ ਭੰਨਿਆ ਜਾਂਦਾ ਹੈ, ਟੁੱਟ ਜਾਂਦਾ ਹੈ। ਇਹ ਕਿਹੜੀ ਥਾਂ ਹੈ? ਜਿਹੜੀ ਨਿਡਰ ਵਾਲੀ ਅਵਸਥਾ ਹੈ, ਨਿਰਭਉ ਵਾਲੀ ਅਵਸਥਾ ਹੈ। ਉਹ ਦੇਖਣ ਤੋਂ ਪਹਿਲਾਂ ਇਹ ਦੇਖੀਏ ਕਿ ਸਾਨੂੰ ਸੰਸਾਰ ਵਿੱਚ ਰਹਿੰਦਿਆਂ ਕਿੰਨਾ ਚੀਜ਼ਾਂ ਦਾ ਡਰ ਹੁੰਦਾ ਹੈ। ਪੈਸੇ ਦਾ ਡਰ ਹੁੰਦਾ ਹੈ, ਪੈਸਾ ਨਾ ਗਵਾਚ ਜਾਏ, ਪਰਿਵਾਰ ਦਾ, ਬੱਚਿਆਂ ਦਾ, ਬਜ਼ੁਰਗਾਂ ਦਾ, ਇਹਨਾਂ ਦਾ ਡਰ ਹੁੰਦਾ ਹੈ ਕਿ ਕਿਤੇ ਕੋਈ ਸਾਡੇ ਤੋਂ ਵਿਛੜ ਨਾ ਜਾਏ, ਗਵਾਚ ਨਾ ਜਾਏ, ਕਿਸੇ ਨੂੰ ਕੁਝ ਹੋਰ ਨਾ ਹੋ ਜਾਏ। ਕੋਈ ਬਿਮਾਰੀ ਦਾ ਡਰ ਹੁੰਦਾ ਹੈ, ਬੱਚਿਆਂ ਨੂੰ ਪੜ੍ਹਾਈ ਕਰਦੇ ਵਕਤ ਇਮਤਿਹਾਨਾਂ ਦਾ ਡਰ ਹੁੰਦਾ ਹੈ, ਕਿਤੇ ਨੰਬਰ ਘੱਟ ਨਾ ਆਣ, ਸਹਿਮ ਛਾਇਆ ਹੀ ਰਹਿੰਦਾ ਹੈ। ਸਾਡੇ ਰਿਲੇਸ਼ਨ ਨੂੰ ਦੇਖੀਏ ਤਾਂ ਪਤੀ ਪਤਨੀ ਦੇ ਰਿਲੇਸ਼ਨ ਨੇ, ਉਸ ਵਿੱਚ ਫਿਕਰ ਲੱਗਾ ਰਹਿੰਦਾ ਹੈ ਕਿ ਕਿਤੇ ਰਿਲੇਸ਼ਨ ਖਰਾਬ ਨਾ ਹੋ ਜਾਣ। ਇਸ ਤਰ੍ਹਾਂ ਬਹੁਤ ਕਿਸਮ ਦੇ ਡਰ ਹਨ। ਉਸ ਤੋਂ ਵੀ ਵੱਧ ਡਰ ਹੁੰਦਾ ਹੈ ਕਿ ਮੇਰਾ ਸਰੀਰ, ਮੇਰੀ ਸਿਹਤ ਠੀਕ ਰਵੇ, ਕਿਤੇ ਮੇਰੇ ਤੇ ਮੌਤ ਨਾ ਆ ਜਾਵੇ। ਬਾਕੀ ਤਾਂ ਸਾਰਾ ਕੁਝ ਔਖਾ ਸੌਖਾ ਬੰਦਾ ਨਿਭਾਉਂਦਾ ਹੈ। ਕੋਈ ਅਵਸਥਾ ਐਸੀ ਆ ਜਾਂਦੀ ਹੈ ਤੇ ਉਸ ਵਿੱਚੋਂ ਬਾਹਰ ਵੀ ਨਿਕਲ ਜਾਂਦਾ ਹੈ, ਕਦੀ ਨਹੀਂ ਵੀ ਨਿਕਲ ਪਾਉਂਦਾ ਹੈ। ਪਰ ਆਪਣੇ ਸਰੀਰ ਦਾ ਡਰ ਤੇ ਕਦੀ ਨਹੀਂ ਜਾਂਦਾ। ਆਪਣੇ ਸਰੀਰ ਦੇ ਡਰ ਦੀ ਕਿਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ, ਇਸ ਨੂੰ ਇੱਕ ਛੋਟੀ ਜਿਹੀ ਸਟੋਰੀ ਰਾਹੀਂ, ਮੈਥੋਲੋਜੀਕਲ ਸਟੋਰੀ ਹੈ, ਸਮਝਣ ਦਾ ਯਤਨ ਕਰਦੇ ਹਾਂ। ਗੱਲ ਮਿਥਿਆਸ ਦੀ ਹੈ, ਸਤਯੁਗ ਦੀ ਕਹਾਣੀ ਮੰਨੀ ਜਾਂਦੀ ਹੈ। ਇੱਥੇ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਸਿੱਖੀ ਵਿੱਚ ਯੁਗਾਂ ਵਾਲੀ ਕੋਈ ਗੱਲ ਨਹੀਂ ਮੰਨੀ ਜਾਂਦੀ ਹੈ। ਇਹ ਇੱਕ ਕਹਾਣੀ ਹੈ। ਇੱਕ ਰਾਜਾ ਸੀ, ਉਸ ਵਾਸਤੇ ਇਹ ਮਸ਼ਹੂਰ ਸੀ ਕਿ ਬੜਾ ਬਹਾਦਰ, ਸ਼ਕਤੀਸ਼ਾਲੀ ਅਤੇ ਧਰਮੀ ਸੀ। ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਉਹ ਸ਼ੇਰਨੀ ਦਾ ਦੁੱਧ ਪੀਂਦਾ ਸੀ। ਦੁੱਧ ਦੀਆਂ ਖਾਸੀਅਤ ਦੀ ਗੱਲ ਕਰੀਏ ਤਾਂ ਕਈ ਤਰ੍ਹਾਂ ਦੇ ਦੁੱਧ ਹਨ। ਮੱਝ ਦਾ ਦੁੱਧ, ਗਾਂ ਦਾ ਦੁੱਧ, ਬੱਕਰੀ ਦਾ ਦੁੱਧ। ਬੱਕਰੀ ਦਾ ਦੁੱਧ ਪਤਲਾ ਮੰਨਿਆ ਜਾਂਦਾ ਹੈ, ਗਾਂ ਤਾਂ ਉਸ ਤੋਂ ਸਘਨਾ, ਮੱਝ ਦਾ ਜ਼ਿਆਦਾ ਤਾਕਤਵਰ ਗਿਣਿਆ ਜਾਂਦਾ ਹੈ। ਇਸ ਤਰ੍ਹਾਂ ਸ਼ੇਰਨੀ ਦਾ ਦੁੱਧ ਬਹੁਤ ਜ਼ਬਰਦਸਤ ਪਾਵਰਫੁਲ ਗਿਣਿਆ ਜਾਂਦਾ ਹੈ। ਇੱਕ ਫਕੀਰ ਸੀ, ਉਸਨੇ ਰਾਜੇ ਦੀ ਸਿਫਤ ਸੁਣੀ। ਰਾਜਾ ਬੜਾ ਧਰਮੀ ਹੈ, ਬੜਾ ਚੰਗਾ ਹੈ। ਉਹ ਸ਼ੇਰਨੀ ਦਾ ਦੁੱਧ ਰੋਜ਼ ਪੀਂਦਾ ਹੈ। ਇਹ ਕਿਵੇਂ? ਸ਼ੇਰਨੀ ਦਾ ਦੁੱਧ ਪੀ ਕੇ ਤੇ ਬੰਦੇ ਅੰਦਰ ਇਤਨੀ ਸ਼ਕਤੀ ਆ ਜਾਂਦੀ ਹੈ, ਇਤਨਾ ਬਲ ਆ ਜਾਂਦਾ ਹੈ, ਇਤਨੀਆਂ ਵਾਸ਼ਨਾਵਾਂ ਜਾਗਰਤ ਹੋ ਜਾਂਦੀਆਂ ਨੇ ਕਿ ਉਹ ਤਾਂ ਆਪਣੇ ਆਪ ਨੂੰ ਕਾਬੂ ਹੀ ਨਹੀਂ ਕਰ ਸਕਦਾ। ਇਹ ਹੋ ਨਹੀਂ ਸਕਦਾ ਕਿ ਰਾਜਾ ਸ਼ੇਰਨੀ ਦਾ ਦੁੱਧ ਪੀਂਦਾ ਹੋਵੇ ਤੇ ਇਤਨਾ ਸੰਜਮੀ ਜੀਵਨ ਬਤੀਤ ਕਰਦਾ ਹੋਵੇ। ਉਹ ਇੱਕ ਦਿਨ ਦਰਬਾਰ ਵਿੱਚ ਪਹੁੰਚ ਜਾਂਦਾ ਹੈ ਤੇ ਕਹਿੰਦਾ ਹੈ, ਰਾਜਾ ਜੀ, ਮੈਨੂੰ ਇਸ ਗੱਲ ਦਾ ਡਾਊਟ ਹੈ ਕਿ ਸ਼ੇਰਨੀ ਦਾ ਦੁੱਧ ਪੀ ਕੇ ਤੁਸੀਂ ਇੰਨੇ ਸੰਜਮੀ ਤੇ ਮਹਾਨ ਕਿਵੇਂ ਹੋ? ਰਾਜੇ ਨੇ ਜਵਾਬ ਦੇਣਾ ਸੀ। ਰਾਜੇ ਨੇ ਇੱਕ ਤਰਕੀਬ ਅਪਣਾਈ ਤੇ ਉਸਨੂੰ ਕੋਈ ਜਵਾਬ ਨਹੀਂ ਦਿੱਤਾ। ਆਪਣੇ ਦਰਬਾਰੀਆਂ ਨੂੰ ਕਹਿੰਦਾ ਹੈ, ਇਹ ਫਕੀਰ ਤਾਂ ਬੜਾ ਮੂੰਹਫਟ ਹੈ, ਇਸ ਦੀ ਜ਼ਰੂਰਤ ਕਿਵੇਂ ਪਈ ਇਸ ਤਰ੍ਹਾਂ ਦਾ ਮੇਰੇ ਉੱਤੇ ਸਵਾਲ ਕਰਨ ਦੀ? ਇਸ ਨੂੰ ਜੇਲ੍ਹ ਵਿੱਚ ਪਾ ਦਿਓ। ਕੱਲ ਸਵੇਰੇ ਇਸੀ ਭਰੇ ਦਰਬਾਰ ਵਿੱਚ ਇਸ ਦਾ ਸਿਰ ਕਲਮ ਕਰ ਦੇਣਾ ਹੈ। ਇਸ ਨੂੰ ਮੌਤ ਦੀ ਸਜ਼ਾ ਹੈ। ਉਹ ਫਕੀਰ ਸੋਚਦਾ ਹੈ, ਇਹ ਮੈਂ ਕੀ ਕਰ ਬੈਠਾ? ਮੈਂ ਤਾਂ ਸੁਣਿਆ ਸੀ ਇਹ ਬੜਾ ਧਰਮਾਤਮਾ ਰਾਜਾ ਸੀ, ਪਰ ਇਸਨੇ ਤੇ ਸਿੱਧਾ ਮੌਤ ਦੀ ਸਜ਼ਾ ਹੀ ਸੁਣਾ ਦਿੱਤੀ ਹੈ। ਦੂਜੇ ਦਿਨ ਦਰਬਾਰ ਲੱਗਦਾ ਹੈ। ਰਾਜੇ ਨੇ ਸ਼ਾਹੀ ਫਰਮਾਨ ਜਾਰੀ ਕਰ ਦਿੱਤਾ। ਉਸ ਫਕੀਰ ਨੂੰ ਹਾਜ਼ਰ ਕੀਤਾ ਜਾਂਦਾ ਹੈ। ਹੁਣ ਰਾਜੇ ਨੇ ਕਿਹਾ, ਇਸ ਨੂੰ ਇੱਕ ਤੇਲ ਦਾ ਨੱਕੋ ਨੱਕ ਭਰਿਆ ਗਲਾਸ ਫੜਾ ਦਿਓ, ਜਿਸ ਵਿੱਚ ਤੇਲ ਦਾ ਤੁਪਕਾ ਵੀ ਹੋਰ ਨਾ ਪਵੇ। ਤੇ ਹੁਣ ਉਸ ਨੂੰ ਖੜਾ ਕੀਤਾ ਗਿਆ, ਤੇਲ ਦਾ ਨੱਕੋ ਨੱਕ ਭਰਿਆ ਗਲਾਸ ਫੜਾ ਦਿੱਤਾ ਤੇ ਕਿਹਾ,
दरबार दा पूरा एक चक्कर लगाना है। जे तेल दा तुबका भी डुलिया ते सिर कलम कर देना, जे ना डुलिया ते सजा माफ कर दी जाएगी। हुण इहदे अंदर अपनी मौत दा सहम इतना कि घबराया पिया है। सब तो वड्डा डर है अपनी मौत दा, अपने शरीर दा। जे तेल दा तुबका भी डुलिया ते इन्हां ने सिर कलम कर देना है, ते जे ना डुलिया ते सजा माफ हो जाएगी। मरदा की ना करदा। उसने कहा जी सत बचन, डरिया पिया है, सारी आले दी दुनिया भुली पई है, सारा ध्यान गिलास ते है। तुरना शुरू ही कीता सी, पोले पोले बड़े ध्यान नाल कदम पुटदा होया हौली हौली चक्कर लाना शुरू किया। मन विच रब रब करदा टुरी गया। ते उधरों राजे ने वधिया संगीत चालू कर दिता, नाच गाने। पर ये धीरे धीरे तुरदा बिना तेल डोले अपने मुकाम ते पहुंच गया। हुण इसदे चेहरे उत्ते प्रसन्नता नजर आई कि चलो बच गया। राजे ने कहा तेरी सजा माफ की जाती है, ते हुण तेरे सवाल का जवाब देने हाँ। तू दस, तेनू तकरीबन अद्धा घंटा लग गया होएगा चक्कर लाने दे विच। हुण दस, डांस की हो जिहा सी, म्यूजिक की हो जिहा सी, इंजॉय किया कि नहीं? फकीर कहता है राजा जी कमाल करदे पे हो, मेरी जान ते बनी हुई सी, मौत सामने खड़ी दिस रही सी, मौत दी तलवार सिर ते लटकदी पई सी, ते मैं नाच गाने देखने सी। मैनू तो कुछ पता ही नहीं है, ना मैं देखया ते ना मैं कुछ सुनया। सोचन वाली गल है कि कान भी हैं ते अखां भी हैं, पर ध्यान कित्थे केंद्रित होया पिया है? ध्यान कित्थे है? गिलास ते। किते तेल दा तुबका भी डुलना नहीं चाहिए, कदम भी बैलेंस लेवल ते रखने हैं, किते तेल दा तुबका डिग ना पवे। राजा जी ये गल सी, मेरे सिर ते तां मौत दी तलवार लटक रही सी, मैनू कित्थों ध्यान कि आस पास की हो रहा है? राजा कहता है हुण बैठ। तू कहता है ना कि शेरनी दा दूध पी के तू अपने आप नू कंट्रोल विच किवें रखदा है? मैं 24 घंटे अपनी मौत नू अपने सामने देखता हाँ, मैनू भी हर वक्त अपनी मौत सामने खड़ी दिसती है। एक पल लई भी मैं मौत नू नहीं विसरदा, ते फिर शेरनी दा दूध मेरे ते की असर करेगा? सो सब तो वड्डा डर मनुख नू जो है वो है अपनी मौत दा, अपने शरीर दा। हुण समझना है कि केड़ी ऐसी थां है जिथे बंदा अपनी मौत दे डर तो भी मुक्त हो जाता है, भौ टुट जाता है, अभय होके रह जाता है। वो घर, वो स्थान साडे अंदर बैठी रब्बी जोत दा स्थान है। जिस वक्त बंदे नू समझ लग जाती है कि ये शरीर मेरा नहीं, ये मन मेरा नहीं, ये तन मेरा नहीं, ये तन भी मेरा नहीं। जदों इस गल की समझ आ गई, फिर मन दे विच कन्विक्शन आ जाती है, उदों अपने शरीर वालों उपराम हो जाता है। जेड़ी चीज मेरी है ही नहीं, फिर शरीर नालों मोह कादा, शरीर नालों लगाव कादा, बाकी दे डर ते सारे पिछे रह गए। सब तो वड्डा डर तां अपनी मौत दा ही हुंदा है। गुरु दी बानी सानू ये गल सिखांदी है कि असी संसार विच दुनियावी जिम्मेवारियां निभाउंदे होए भी अपने शरीर नालों भी मोह किवें त्याग सकते हाँ। जिसदा अपने शरीर प्रति मोह दा त्याग हो जावे कि उस कोलों कोई गलत काम करवा सकता है? उसनू ते डर ही कोई नहीं, कोई मार देगा ते मार देगा, मैनू केड़ा फर्क पैना है? जेड़े पावर विच होण वो कई तरह दे डरावे दिंदे ने, ते बंदा डरावियां तो हर वक्त सहमिया ही रहंदा है।
सतगुर पातशाह दी बानी सानू जदों इस गल लई तैयार करन लगदी है कि मेरे अंदर अपने शरीर दी पकड़ भी ना रवे, ते फिर रब दे नाल मिलाप दा रस्ता खुल जांदा है। ਇਹ ਰੱਬ ਸਾਡੇ ਅੰਦਰ ਬੈਠਾ ਹੈ, ਰੱਬ ਦੀ ਜੋਤ ਸਾਡੇ ਅੰਦਰ ਬੈਠੀ ਹੈ। ਜਦੋਂ ਕਬੀਰ ਸਾਹਿਬ ਰਾਹੋਂ ਦੇ ਵਿੱਚ ਸਵਾਲ ਕਰਦੇ ਹਨ ਕਿ ਕਵਣ ਸੋ ਘਰ ਜੋ ਨਿਰਭਉ ਕਹੀਏ, ਕਿਹੜੀ ਥਾਂ ਹੈ ਜਿੱਥੇ ਨਿਰਭਉ ਹੋ ਕੇ ਰਿਹਾ ਜਾ ਸਕੀਦਾ ਹੈ? ਉਸਦਾ ਜਵਾਬ ਹੈ ਕਿ ਉਹ ਸਾਡਾ ਹਿਰਦਾ ਰੂਪੀ ਘਰ ਹੈ, ਜਿੱਥੇ ਗੁਰੂ ਸਾਨੂੰ ਨਿਰਭਉ ਹੋਣਾ ਸਿਖਾਉਂਦਾ ਹੈ। ਹੁਣ ਪਹਿਲੇ ਪਦੇ ਵਿੱਚ ਕਬੀਰ ਜੀ ਫਰਮਾਉਂਦੇ ਹਨ, ਜੋਤ ਕੀ ਜਾਤ ਜਾਤ ਕੀ ਜੋਤੀ, ਤਿਤ ਲਾਗੇ ਕੰਚੁਆ ਫਲ ਮੋਤੀ। ਜੋਤ ਤੋਂ ਭਾਵ ਹੈ ਰੱਬੀ ਨੂਰ, ਪਰਮਾਤਮਾ ਦੀ ਜੋਤ, ਤੇ ਜਾਤ ਤੋਂ ਭਾਵ ਹੈ ਪੈਦਾਇਸ਼ ਜਾਂ ਇਸ ਸ੍ਰਿਸ਼ਟੀ ਦੇ ਜੀਵਾਂ ਦੀ ਜੋ ਮਤ ਹੈ ਜਾਂ ਬੁੱਧ ਹੈ। ਕਬੀਰ ਜੀ ਕਹਿੰਦੇ ਹਨ, ਇਹ ਜੋ ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਹੈ, ਸਾਰੀ ਮਨੁੱਖਤਾ ਹੈ, ਇਸ ਸ੍ਰਿਸ਼ਟੀ ਦੇ ਸਾਰੇ ਜੀਵਾਂ ਦੀ ਜੋ ਬੁੱਧ ਹੈ, ਉਸਨੂੰ ਦੋ ਫਲ ਲੱਗੇ ਹਨ, ਕੱਚ ਤੇ ਮੋਤੀ। ਭਾਵ ਕੋਈ ਭਲੇ ਪਾਸੇ ਲੱਗਿਆ ਹੈ, ਕੋਈ ਮੰਦੇ ਪਾਸੇ ਲੱਗਿਆ ਹੈ। ਕਾਂਚ ਦੇ ਫਲ ਇਸ ਕਰਕੇ ਕਿਹਾ ਹੈ ਕਿਉਂਕਿ ਇਹ ਟੁੱਟਣ ਵਾਲੇ ਹਨ। ਇਹ ਨਹੀਂ ਕਿ ਚੰਗਿਆਈਆਂ ਹਮੇਸ਼ਾ ਚੰਗਿਆਈਆਂ ਹੀ ਬਣੀਆਂ ਰਹਿਣ ਤੇ ਉਹ ਬੁਰਾਈ ਨਾ ਬਣੇ, ਤੇ ਮੰਦੇ ਕੰਮ ਕਦੇ ਚੰਗੇ ਨਾ ਹੋਣ। ਇਹ ਬੰਦੇ ਤੇਰੇ ਆਪਣੇ ਵਿਚਾਰਾਂ ਉੱਤੇ, ਤੇਰੇ ਥਾਟ ਉੱਤੇ ਨਿਰਭਰ ਕਰਦਾ ਹੈ। ਤੇ ਜਾਤ ਤੋਂ ਭਾਵ ਹੈ ਪਛਾਣ, ਉੱਚੀ ਜਾਤ ਹੈ, ਨੀਵੀਂ ਜਾਤ ਹੈ, ਕਿਸਮ ਕਿਹੜੀ ਹੈ। ਇਹ ਸਾਰੇ ਬ੍ਰਹਮੰਡ ਤੋਂ ਸਾਨੂੰ ਸਮਝ ਆਉਂਦੀ ਹੈ ਕਿ ਰੱਬ ਦੀ ਜੋਤੀ ਕਿਹੋ ਜਿਹੀ ਹੈ। ਇਹ ਉਸਦਾ ਸਰਗੁਣ ਰੂਪ ਹੈ ਜੋ ਅਸੀਂ ਦੇਖ ਪਾਉਂਦੇ ਹਾਂ। ਉਸ ਸਰਗੁਣ ਰੂਪ ਵਿੱਚ ਅਸੀਂ ਉਸਦੀ ਹੋਂਦ ਨੂੰ ਮਹਿਸੂਸ ਕਰਦੇ ਹਾਂ, ਪ੍ਰੋਵਾਈਡਡ ਜੋ ਵੀ ਅਸੀਂ ਦੇਖ ਰਹੇ ਹਾਂ ਉਸਦੇ ਜ਼ਰਰੇ ਜ਼ਰਰੇ ਦੇ ਵਿੱਚ ਉਸਨੂੰ ਮਹਿਸੂਸ ਕਰ ਸਕੀਏ, ਰੱਬੀ ਹੋਂਦ ਨੂੰ ਮਹਿਸੂਸ ਕਰ ਸਕੀਏ ਤੇ ਕਹਿ ਸਕੀਏ ਆਪਣੇ ਹਿਰਦੇ ਤੋਂ ਕਿ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਫਿਰ ਕਹਿੰਦੇ ਨੇ, ਜੋਤ ਕੀ ਜਾਤ ਜਾਤ ਕੀ ਜੋਤੀ, ਉਸੇ ਰੱਬ ਦੀ ਜਿਹੜੀ ਭਿੰਨ ਭਿੰਨ ਕਿਸਮ ਦੀ ਸ੍ਰਿਸ਼ਟੀ ਬਣਾਈ ਹੋਈ ਹੈ। ਇਹੀ ਤਾਂ ਮੇਰੇ ਅੰਦਰ ਹੈ। ਮੇਰੇ ਅੰਦਰ ਬੁੱਧੀ ਵੀ ਹੈ, ਮਨ ਵੀ ਹੈ, ਮੇਰੇ ਅੰਦਰ ਰੱਬੀ ਜੋਤ ਵੀ ਹੈ। ਰੱਬੀ ਜੋਤ ਕਰਕੇ ਹੀ ਮੈਂ ਜਿਉਂਦਾ ਹਾਂ, ਰੱਬੀ ਜੋਤ ਕਰਕੇ ਹੀ ਮਨ ਮੇਰੇ ਅੰਦਰ ਹੈ, ਤੇਰੇ ਮੇਰੀ ਬੁੱਧ ਕੰਮ ਕਰਦੀ ਹੈ। ਬਾਣੀ ਵਿੱਚ ਗੁਰੂ ਸਾਹਿਬ ਕਹਿੰਦੇ ਹਨ, ਜਬ ਆਪਣੀ ਜੋਤ ਖਿੰਚੇ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ। जब मेरा परमात्मा मेरे अंदरों अपनी जोत खींच लवे, फिर कोई बंदा बोल के दसे, व्याख्यान करके दसे, अपनी बुद्धि जगा के दसे, है किसे भी ताकत। शरीर तां उत्थे दा उत्थे धरिया रह जांदा है, चलदा तां जोत उत्ते है, सोर्स ऑफ एनर्जी तां असली लेवल ते ओही है। मान लो घर दे विच एसी लगा होया है पर पावर सप्लाई नहीं मिलती है, ते एसी दी मशीन की करेगी, कित्थों ठंडक देवेगी। जे हीटर लगा है ते कित्थों हीटर चलेगा, फ्रिज है ते वो भी कित्थों चलेगा। वक्खो वखरियां चीज़ां ने पर सोर्स ऑफ पावर तां है ना। सोर्स ऑफ पावर केड़ा है? इलैक्ट्रिसिटी। वो भावें सानू गवर्नमेंट वालों मिलती होवे, भावें सैलां तो मिलती होवे, है तां इलैक्ट्रिसिटी। सो साडे अंदर रब्बी जोत है जिस दे करके साडा जीवन है, असी जिंदा हाँ। अगो दूजी पंक्ति विच कहंदे हन, तित लागे कंचुआ फल मोती। ये जो मेरा शरीर है जिस विच मेरा मन है, मेरी बुद्धि भी है,
रब दी जोत नाल ये जिंदा है। शरीर दे विच दुर्बुद्धि भी है, एक शीशा ते दूजा मोती, दोनों हन। शीशा चीपर आइटम सस्ती चीज है ते मोती कीमती है। ते अवगुण भरिया जीवन सस्ती चीज है, महंगी केड़ी चीज है? गुना भरपूर जीवन, रब्बी गुना वाला जीवन। ये दोनों फल मेरे अंदर ने। कोई मनुष्य ऐसा नहीं है जिसके अंदर 100% औगण होन, गुण कोई भी ना होवे। कोई ऐसा भी नहीं है जिस अंदर गुण ही गुण होन, कोई भी औगण ना होन। दोवें हुंदे ने। साडी रियलिटी की हुंदी है कि मन का सुभाव कच वाले पासे, चमक दमक वाले पासे बहुत खिंच पाਉਂਦਾ है। साडे कोल कंचुआ फल जिहड़ा है ना, वो बहुत लग्या होया है, बहुत मिल जाता है, ते मोती कोई बिरला बिरला हुंदा है। इत्थे एक गल होर समझण वाली है, फल जो अखर आया है ये देवली दीपक का काम करता पिया है। फल कंचुआ नाल भी लगता है ते फल मोती नाल भी अरथ दिंदा है। ऐसे लफ्ज नू देवली दीपक कहंदे हन। ऐसे लफ्जां नू देवली दीपक कहंदे हन जेड़ा अपने पिछले लफ्ज नाल भी अरथ दिंदा है ते अगले लफ्ज नाल भी। जेड़ा देवली कहंदे हन जेड़ा घर दी एंट्री करन वाला दरवाजा हुंदा है, जिसनू असी बूआ भी कहंदे हां। उसदी चुगाट हुंदी है जिते असी मेन गेट विचों घर दे विच प्रवेश करते हां। पहला तां हर घर विच हुंदी सी चुगाट, ते हुण फ्लैट विच इसदा चलन घट हो गया है। असल विच ये लगाई जांदी सी कि दरवाजे दे थल्ले तो कोई कीड़ा वगैरह अंदर ना आवे। जो चुगाड़ दे विच दीवा जला के या दीवा बाल के रखा जावे तो दीवा दोनों पासे घर दे अंदर भी ते बाहर भी चानन देंदा है, इसलिए इसनू देवली दीपक आखदे हां। ते इसी तरह जे कोई अखर बाणी विच अपने अगले पिछले दोनों अखरां नू अरथ देवे ते उसनू देवली दीपक कहा जाता है। इत्थे कच फल ते मोती फल अर्थ देवेगा। फल जड़ा अखर है एक कच फल ते मोती फल दोनों पासे अर्थ देवेगा। कबीर साहब निर्भय होने दी तीजी कंडीशन अगली पंक्ति विच देंदे हन। तट तीरथ नहीं मन पतियाए, चार आचार रहे उरझाए। तट तो भाव है तट उत्ते कंडे ते, तीरथ तो तीर्थां दे किनारे दे उत्ते, चार चंगे काम ते चार मंदे काम। कबीर जी कहंदे ने पवित्र नदी दे कंडे ते जाके तीर्थां ते इशनान करके ते फिर भी मन टिका विच नहीं आंदा। क्यों? क्योंकि उत्थे जाके भी लोकी पाप ते पुण्य विच रुझ जांदे ने। साडी जो संसार विच जां घर विच हालत है वही तीर्थां ते है। ये नहीं कि तीर्थां ते जाके सारा कुछ बदल जाता है। कबीर जी फरमा रहे हैं बंदिया गल तेरे मन नू चेंज करन दी हो रही है, पर तीर्थां ते जाके ये चीज़ां नहीं हुंदियां। इस पदे विच कबीर जी आखदे हन तीर्थां दे किनारे दे उत्ते भावें वो नदियां होन, भावें वो सरोवर होन ते भावें वो समुंदर दे किनारे होन, जिन्हां नू तीरथ मनिया जाता है, जिन्हां दी पूजा मानता होंदी है, भावें वो किसी भी मत दे होन। कबीर साहब बनारस विच रहिंदे सन जिहड़ा कि गंगा नदी का पवित्र स्थान गिनिया जाता है। ते इत्थे अरथ जे असी गंगा नदी नाल लैंदे हां ते वो डुब जांदे ने। कबीर जी कहंदे ने गंगा नदी के किनारे उत्ते रह के भी मन दे विच कन्विक्शन नहीं आंदी। किस गल दी कन्विक्शन नहीं आंदी है? डर नहीं जाता है, अपने शरीर तो उपरामता नहीं होंदी, मन पतियांदा नहीं, शरीर दे नाल पकड़ बनी रहंदी है। बंदा निर्भय नहीं हो सकता, भावे बंदा तीर्थां दे उत्ते जाके रवे। हुंदा की है तीर्थां ते जाके बंदा
चार आचार रहे उलझाए। चार तो भाव सुंदर ते आचार तो भाव है बिहेवियर। ਇਹ ਗੱਲ ਠੀਕ ਹੈ, ਇਹ ਗਲਤ ਹੈ। ਇਸੇ ਉਲਝਣ ਵਿੱਚ ਬੰਦਾ ਜ਼ਿੰਦਗੀ ਬਿਤਾ ਦਿੰਦਾ ਹੈ। ਇੱਥੇ ਚਾਰ ਤੋਂ ਪਾਓ ਗਿਣਤੀ ਦਾ ਚਾਰ ਨਹੀਂ ਹੈ। ਰਾਰੇ ਨੂੰ ਸਿਹਾਰੀ ਨਹੀਂ ਲੱਗੀ ਹੋਈ। ਜਦੋਂ ਸਿਹਾਰੀ ਦੇ ਨਾਲ ਆਉਂਦਾ ਹੈ ਤਾਂ ਗਿਣਤੀ ਦਾ ਚਾਰ ਹੁੰਦਾ ਹੈ। ਇੱਥੇ ਬਿਨਾਂ ਸਿਹਾਰੀ ਤੋਂ ਹੈ, ਅਰਥ ਹੈ ਸੁੰਦਰ। ਚਾਰ ਆਚਾਰ ਰਹੇ ਉਲਝਾਏ। ਇਹ ਜੋ ਭਗਤੀ ਕਰਨ ਦਾ, ਕੋਈ ਰਸਮ ਕਰਨ ਦਾ, ਪੂਜਾ ਪਾਠ ਕਰਨ ਦਾ ਤਰੀਕਾ, ਅਰਚਨਾ ਬੰਦਨਾ ਕਰਨ ਦਾ ਤਰੀਕਾ, ਇਸੇ ਵਿੱਚ ਉਲਝ ਕੇ ਰਹਿ ਜਾਂਦਾ ਹੈ ਕਿ ਇਹ ਠੀਕ ਹੈ, ਇਹ ਠੀਕ ਨਹੀਂ ਹੈ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬਨਾਰਸ ਦੇ ਵਿੱਚ ਜਾਂ ਹੋਰ ਕਿਸੇ ਸਥਾਨ ਤੇ ਬ੍ਰਾਹਮਣਾਂ ਦਾ, ਪੰਡਤਾਂ ਦਾ ਚੌਕਾ ਪਵਿੱਤਰ ਕਰਨਾ, ਗੋਏ ਦਾ ਲੇਪਾ ਕਰਨਾ, ਖਾਣਾ ਪੀਣਾ ਬਣਾਉਣ ਲੱਗਿਆ ਲੱਕੜੀਆਂ ਧੋਣਾ, सारा सामान धो के ये समझना कि पवित्र हो गया है, क्योंकि लकड़ी भी धो के वरती है। उस पवित्र आग दे नाल खाना पकाना, फिर चौकी दे उत्ते आसन ला के कपड़ा विछा के बैठना, ते जिथे बैठ के खाना है ਜਾਂ खाना पकाना है उत्थे भी आले दुआले आस पास लकीर खिंच लैनी। उसदे अंदर कोई नहीं वड़ सकता, उसदे उत्ते कोई बंदा परछावां भी नहीं पा सकता। हरिद्वार की साखी तो असी सारे जानू ही हाँ। इत्थे गुरु नानक साहब जी ने पंडियां नूं मत देन वास्ते सॉरी मरदाने नूं भेजिया कि रोटी बनाने वास्ते आग दी लोड़ है, ते जा उत्थे सामने आग बलदी पई है, उस कोलों आग ले आ। ਉੱਥੇ ਸਾਹਮਣੇ ਪੰਡਿਆ ਬੈਠਾ ਸੀ। ਮਰਦਾਨਾ ਉਹਦੇ ਕੋਲ ਜਾ ਕੇ ਤੇ ਅੱਗ ਮੰਗਦਾ ਹੈ, ਮੈਨੂੰ ਅੱਗ ਦਿਓ ਜੀ, ਅੱਗ ਬਾਲਣੀ ਹੈ, ਰੋਟੀ ਬਣਾਉਣੀ ਹੈ। ਪੁਰਾਣੇ ਵਕਤਾਂ ਵਿੱਚ ਮਾਚਿਸਾਂ ਨਹੀਂ ਹੁੰਦੀਆਂ ਸਨ ਤੇ ਲੋਕੀ ਪੱਥਰ ਨੂੰ ਰਗੜ ਕੇ ਅਗਨੀ ਪ੍ਰਜਵਲਿਤ ਕਰਦੇ ਸਨ ਜਾਂ ਇੱਕ ਦੂਜੇ ਕੋਲੋਂ ਮੰਗ ਕੇ ਅੱਗ ਲੈਂਦੇ ਸਨ। ਪੰਡਿਆ ਨੇ ਅੱਖ ਚੁੱਕ ਕੇ ਉੱਤੇ ਦੇਖਿਆ ਤੇ ਕਹਿੰਦਾ ਹੈ, ਤੂੰ ਕੌਣ ਹੈ? ਮਰਦਾਨਾ ਕਹਿੰਦਾ ਹੈ, ਮੈਂ ਮਰਾਸੀ ਮੁਸਲਮਾਨ ਹਾਂ। ਕਹਿੰਦਾ, ਤੇਰੀ ਹਿੰਮਤ ਕਿਵੇਂ ਪਈ ਇੱਥੇ ਆਉਣ ਦੀ? ਤੂੰ ਤੇ ਮੇਰਾ ਸਾਰਾ ਖਾਣਾ ਭ੍ਰਿਸ਼ਟ ਕਰ ਦਿੱਤਾ ਹੈ। ਮਰਦਾਨੇ ਦਾ ਪਰਛਾਵਾਂ ਪੈਂਦਾ ਪਿਆ ਸੀ, ਸਵੇਰੇ ਸਵੇਰੇ ਸੂਰਜ ਚੜਿਆ ਹੋਇਆ ਸੀ। ਹੁਣ ਉਸਨੂੰ ਐਡਾ ਗੁੱਸਾ ਆਇਆ ਕਿ ਭੱਜ ਪਿਆ ਬਲਦੀ ਲੱਕੜ ਚੁੱਕ ਕੇ ਤੇ ਕਹਿੰਦਾ, ਆ ਤੈਨੂੰ ਅੱਗ ਦਿਆਂ। ਮਰਦਾਨਾ ਅੱਗੇ ਭੱਜਦਾ ਪਿਆ ਤੇ ਬਾਮਨ ਪੰਡਤ ਪਿੱਛੇ ਭੱਜਦਾ ਪਿਆ ਹੈ। ਮਰਦਾਨਾ ਗੁਰੂ ਨਾਨਕ ਸਾਹਿਬ ਜੀ ਕੋਲ ਆ ਕੇ ਕਹਿੰਦਾ ਹੈ, ਮੈਨੂੰ ਇਹ ਪੰਡਤ ਆਗ ਨਾਲ ਸੜਦਾ ਪਿਆ ਹੈ। ਸਤਿਗੁਰ ਪਾਤਸ਼ਾਹ ਉਸ ਨਾਲ ਗੱਲ ਕਰਦੇ ਨੇ, ਕੀ ਗੱਲ ਹੈ? ਤਾਂ ਪੰਡਤ ਕਹਿੰਦਾ ਹੈ, ਇਸਨੇ ਮੇਰੀ ਥਾਂ ਭ੍ਰਿਸ਼ਟ ਕਰ ਦਿੱਤੀ ਹੈ, ਸਾਰਾ ਖਾਣਾ ਭ੍ਰਿਸ਼ਟ ਕਰ ਦਿੱਤਾ ਹੈ। ਸਤਿਗੁਰ ਪਾਤਸ਼ਾਹ ਨੇ ਉੱਥੇ ਇੱਕ ਸ਼ਬਦ ਉਚਾਰਨ ਕੀਤਾ ਸੀ ਜਿਸ ਵਿੱਚ ਕਹਿੰਦੇ ਹਨ, ਕੁਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਕਟ ਚੂੜੀ, पर निंदा कट चूड़ी मुट्ठी क्रोध चंडाल। कारी कड्डी क्या थी है जा चारे बैठियां नाल। केड़ी तू लकीर पाके बैठा है? क्रोध तेरे अंदर है, खोटी मत तेरे अंदर है, निर्दयी तू है, दया तेरे पल्ले कख नहीं, दूजियां दी निंदा करदा है। चार चार तेरे अंदर चूड़े बैठे हुए ने, तू कित्थों दी पवित्र हो गया है। गल जड़ी समझण वाली सी कि मनुख इस विच ही रुझिया रहिंदा है कि ये ठीक है ते गलत। तीर्थां दे उत्ते जाके भी शरीर दा ते बाकी सह मुकदे नहीं, इन्हां तो जान छुटदी नहीं है। तट तीरथ नहीं मन पतियाए, चार आचार रहे उलझाए। फिर तीसरे पदे विच कहंदे ने, पाप पुन दो एक समान, निज घर पारस तजो गुण आन। कबीर जी कहते हैं कि पाप और पुण्य दोवें इक्को ਜਿਹੇ ਹਨ। पाओ जद तक इंसान वासना दे वल भजदा है, वासनावां ਕਿਹੜੀਆਂ ਨੇ? ਦੂਜਿਆਂ ਵੱਲ ਵੇਖ ਕੇ ਸਾਡੇ ਅੰਦਰ ਇਹ ਖੁਆਇਸ਼ ਪੈਦਾ ਹੋਵੇ
कि मेरे कोल भी ਉਹਦੇ हाथ पैसा होवे, ਵੱਡੀ ਗੱਡੀ ਹੋਵੇ, मैं भी ਉਹ ਸਾਰੀ ਇੰਜੋਏ ਕਰਾਂ। इस अवस्था विच आके कबीर जी कहते ने जो वासना वल लगे हुए पाप ने अते पुण्य ने वो दोवें इक्को जे हन। तू जाके तीर्थां ते इशनान कर, तू अपनी अवस्था नू बदलन दी कोशिश कर। परमात्मा ने जो तेरे अंदर हृदय रूपी घर है, ਉਹਦੇ अंदर जो परमात्मा दा नाम रूपी पारस है, पाओ जो चंगी सोच दा पारस है, इस नाल तू परमात्मा दे नाम नू पा ते जेड़े माड़े कर्म हैं इन्हां नू छड़ दे, इन्हां विच कुछ नहीं पिया होया। किस गल नू पाप कहंदे हो, किस गल नू पुण्य कहंदे हो, ये तां साडी अपनी परसैप्शन है, अपनी समझ है। पाप पुण्य डिपेंड करता है मेरे अंदर दे सुभाव दियां कंडीशन किस तरह दियां हन, अंदरों हिरदा किहो जिहा है, पाप की है। तुसी ए वाली रीत कीती, ए वाली रस्म निभाई ते पुण्य हो गया, जे ए रस्म नहीं निभाई ते पाप हो गया। इस तरह कुछ नहीं है, ये दोनों एक बराबर ने। एक तुहाडे आपने बनाए हुए ने, ये तुहाडे आपने बनाए हुए ने। एक गल पाप हो गई ते एक गल पुण्य हो गई। सतगुरु पातशाह ने इस बाबत शब्द भी दिता है जिस विच पाप पुण्य की गल कीती है। तीजी पंक्ति दे दूजे भाग विच कबीर जी कहंदे ने, निज घर पारस तजो गुण आन। निज घर दा मतलब अपने हृदय रूपी घर दे विच, मेरे अपने हृदय रूपी घर दे विच। इत्थे औंकड़ भी लगा है, एक वचन की गल हो रही है। रब्बी जोत तेरे अंदर बैठी है, उस नाल सांझ पा जेड़ी तेरे अंदर है। इत्थे गल ध्यान देने वाली है। तजों तो भाव है त्यागना, ते गुण मतलब चंगियाइयां, आण मतलब दूजियां। अर्थ समझण दी ध्यान नाल लोड़ है कि गुण दा मतलब है माया दे त्रै गुणी रूप, रजो तमो ते सतो गुण। ये तेरे अंदर जेड़ी पारस रूप जोत है उस दे नाल सांझ बना, उस सहज अवस्था दे विच टिक जा। चौथी तुरिया अवस्था विच, खेड़े दी अवस्था विच, विकास दी अवस्था विच चला जा। उत्थे जाके बैठ, जेड़े तीन होर गुण ने माया दे, रजो सतो ते तमो, ए छोड़ दे इन्हां नूं। इत्थे गुण दा मतलब क्वालिटीज नहीं है, माया दे तीन गुणा दी गल है। अखीरले पदे विच कबीर जी दी रचना राही जो सुनेहा दिंदे पए ने, कबीर निर्गुण नाम न रोस, इस परचाए परच रहो एस। हुण कबीर जी कहते हैं कि आपने अवगुणा करके ही ते तू निर्गुण है। तेरे अंदर त्रैगुणी माया दा रूप रजो सतो ते तमो गुण ने, तू इन्हां विच इन्ना उलझा रहंदा है कि माया दे त्रै गुण छड्ड के ओ जो प्रभु रूपी पारस नाम है उसनू क्यों भुलाई बैठा है। इस मन नू नाम विच परचा के रख, रुझा के रख। जद तेरे मन विच आणगे तां तैनू अपने आप आवाज़ां मारनगे। इत्थे कबीर जी अपने मन नू ही कहंदे पए ने कि प्रभु दा एक नाम ही है जिथे जुड़ के मन अडोल रह सकता है। हे सत, संतोख, दया, धर्म, धीरज अपने सुभाव विच पैदा कर, फिर सारे तीरथ तैनू इत्थे ही मिल जाणगे। निर्गुण नाम न रोस, इसनू ध्यान देने की लोड़ है, समझण की लोड़ है कि निर्गुण किहड़ी अवस्था है जिहड़ी माया दे तीना गुणा तो डिफरेंट है, उस तो ऊपर है, जिसते माया दे तीना गुणा का प्रभाव नहीं पैंदा है। जितना रब का सरगुण स्वरूप है जो जगत विच दिखता है, जिहड़ा साडी बुद्धि दी ज्ञान इंद्रियां दी पकड़ तो बाहर है, उसनू असी रब का निर्गुण रूप कहते हाँ। रब का नाम निर्गुण रूप है,
ਜਿਹੜਾ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ। ਉਸ ਮਾਇਆ ਦੇ ਪ੍ਰਭਾਵ ਤੋਂ ਰਹਿਤ ਰੱਬ ਦੇ ਨਾਲ ਤੂੰ ਪਿਆਰ ਪਾ, ਸਾਂਝ ਪਾ। ਉਸ ਦੇ ਨਾਲ ਵਖਰੇਵਾ ਨਾ ਰੱਖ, ਰੋਸ਼ ਨਾ ਰੱਖ। ਤੂੰ ਆਪਣੇ ਆਪ ਨੂੰ ਤ੍ਰੈ ਗੁਣਾ ਵਿੱਚ ਖੁਬਾ ਕੇ ਬੈਠਾ ਹੈ। ਰੱਬ ਦੇ ਨਾਲ ਤੇ ਤੇਰਾ ਪਿਆਰ ਹੈ ਹੀ ਨਹੀਂ। ਉਸ ਰੱਬ ਦੇ ਨਾਲ ਪਿਆਰ ਪਾ ਤੇ ਤੇਰਾ ਰੋਸਾ ਤਿਆਗਣ ਵਾਲਾ ਕੰਮ ਜੋ ਹੈ ਉਹ ਤ੍ਰੈ ਗੁਣਾ ਨਾਲ ਕਰ। ਰੱਬ ਦੇ ਨਾਲ ਰੋਸ਼ ਨਾ ਰੱਖ। ਕਿਉਂ? ਕਿਉਂਕਿ ਜਦ ਤੇਰਾ ਮਨੁੱਖਾ ਜਨਮ ਸਮਾਪਤ ਹੋਣਾ ਹੈ ਤਾਂ ਤੂੰ ਉਸੇ ਨਿਰਗੁਣ ਰੱਬ ਦੇ ਵਿੱਚ ਸਮਾ ਜਾਣਾ ਹੈ। ਉਹ ਤਾਂ ਸਮਾ ਸਕੇਗਾ ਜਿਸ ਵਕਤ ਤੂੰ ਇਸ ਜੀਵਨ ਵਿੱਚ ਉਸ ਦੇ ਨਿਰਗੁਣ ਰੂਪ ਦੀ ਮਹਾਨਤਾ ਦੇ ਨਾਲ ਕਨਵਿੰਸ ਹੋ ਸਕੇਗਾ। ਤੇਰਾ ਮਨ ਪਤਿਆ ਜਾਵੇਗਾ। ਸਾਡੀ ਤਾਂ ਜ਼ਿੰਦਗੀ ਦਾ ਮਕਸਦ ਹੀ ਇਹੀ ਹੈ, ਉਸ ਤ੍ਰੈ ਗੁਣੀ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਚੌਥੇ ਪਦ ਦੀ ਅਵਸਥਾ ਵਿੱਚ ਅੱਪੜ ਸਕੀਏ। ਸਾਰੇ ਸੰਸਾਰ ਵਿੱਚ ਇੱਕ ਗੱਲ ਪੜਨ ਸੁਣਨ ਨੂੰ ਮਿਲਦੀ ਹੈ ਕਿ 4 ਪਦਾਰਥ ਹਨ ਤੇ ਬਾਕੀ 4 ਪਦਾਰਥਾਂ ਦੀ ਗੱਲ ਵੀ ਤੇ ਬਾਣੀ 4 ਪਦਾਰਥਾਂ ਦੀ ਗੱਲ ਵੀ ਕਰਦੀ ਹੈ। ਹਿੰਦੂ ਮਤ ਦੇ ਵਿੱਚ ਇਸ ਦੀ ਬੜੀ ਮਹੱਤਤਾ ਹੈ, ਜਿਸ ਨੂੰ ਧਰਮ, ਅਰਥ, ਕਾਮ ਤੇ ਮੋਕਸ਼ ਕਹਿੰਦੇ ਹਨ। ਸਤਿਗੁਰ ਪਾਤਸ਼ਾਹ ਇਹਨਾਂ 4 ਪਦਾਰਥਾਂ ਦੀ ਗੱਲ ਹੀ ਨਹੀਂ ਕਰਦੇ ਹਨ। ਉਹ ਤਾਂ ਕਹਿੰਦੇ ਹਨ 4 ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਸਤਿਗੁਰ ਪਾਤਸ਼ਾਹ ਤੇ 4 ਪਦਾਰਥਾਂ ਦੀ ਗੱਲ ਕਰਦੇ ਹੀ ਨਹੀਂ। ਉਹ ਇਹਨਾਂ 4 ਨੂੰ ਮਹੱਤਤਾ ਹੀ ਨਹੀਂ ਦਿੰਦੇ। ਧਰਮ, ਅਰਥ, ਕਾਮ ਤੇ ਮੋਕਸ਼ ਦੀ ਗੱਲ ਹੀ ਨਹੀਂ ਕਰਦੇ। ਸਤਿਗੁਰ ਪਾਤਸ਼ਾਹ ਤਾਂ ਨਾਮ ਪਦਾਰਥ ਦੀ ਗੱਲ ਕਰਦੇ ਨੇ। ਸਿੱਖੀ ਵਾਸਤੇ ਨਾਮ ਪਦਾਰਥ ਦੀ ਗੱਲ ਹੈ। 4 ਪਦਾਰਥਾਂ ਦਾ ਟਾਰਗੇਟ ਤੇ ਦਿੰਦੇ ਹੀ ਨਹੀਂ, ਗੱਲ ਹੀ ਨਹੀਂ ਕਰਦੇ ਨੇ। ਕਬੀਰ ਸਾਹਿਬ ਜੀ ਵੀ ਉਹੀ ਗੱਲ ਕਰਦੇ ਪਏ ਨੇ, ਤੂੰ ਪਿਆਰ ਪਾ, ਤੂੰ ਆਪਣਾ ਫੋਕਸ ਨਾਮ ਪਦਾਰਥ ਤੇ ਰੱਖ। ਨਾਮ ਪਦਾਰਥ ਨੂੰ ਪਾਣ ਵਾਸਤੇ ਫੋਕਸ ਰੱਖ। ਪਰਚ ਰਹੋ ਇਸ ਰੱਬ ਦੇ ਨਾਲ ਮਨ ਨੂੰ ਪਰਚਾ। ਰੱਬ ਦਾ ਨਾਮ ਮਨ ਨੂੰ ਚੰਗਾ ਲੱਗਣ ਲੱਗ ਜਾਵੇ। ਸਾਡੀ ਕੀ ਪੋਜੀਸ਼ਨ ਹੁੰਦੀ ਹੈ ਜਦ ਰੱਬ ਨਾਲ ਗੱਲਾਂ ਕਰਨ ਬੈਠਦੇ ਹਾਂ? ਕਿਵੇਂ ਕਰਦੇ ਹਾਂ? ਪਾਠ ਕਰਦੇ ਹਾਂ, ਜਦੋਂ ਕਦੀ ਕੀਰਤਨ ਸੁਣਦੇ ਪਏ ਹੁੰਦੇ ਹਾਂ, ਜਦੋਂ ਸ਼ਬਦ ਸਮਝਣ ਦਾ ਯਤਨ ਕਰਦੇ ਪਏ ਹੁੰਦੇ ਹਾਂ, ਸਾਨੂੰ ਚੰਗਾ ਲੱਗਦਾ ਹੋਵੇ ਤੇ ਉੱਠਣ ਦਾ ਮਨ ਨਾ ਕਰੇ ਤੇ ਪਰਚ ਗਿਆ ਮਨ। ਤੇ ਜੇ ਬਾਰ-ਬਾਰ ਘੜੀ ਵੱਲ ਦੇਖੀਏ, ਕਰਨਾ ਤਾਂ ਹੈ ਪਰ ਸਮਾਂ ਨਹੀਂ ਹੈ, ਚਲੋ ਬਾਕੀ ਕੱਲ ਕਰਾਂਗੇ, ਉਦੋਂ ਸਾਡੀ ਇਹ ਰਸਮ ਰਹਿ ਜਾਂਦੀ ਹੈ। ਅਸੀਂ ਪਰਚੇ ਹੋਏ ਨਹੀਂ ਹੁੰਦੇ। ਮਨ ਨੂੰ ਪਰਚਾ ਲੈ ਉਸ ਨਿਰਗੁਣ ਨਾਮ ਦੇ ਨਾਲ, ਜੋ ਗਿੱਝ ਜਾਏਗਾ ਤੇਰਾ ਮਨ, ਫਿਰ ਰੱਬ ਦੀ ਕੰਪਨੀ ਇੰਜੋਏ ਕਰਨ ਲੱਗ ਜਾਏਗਾ ਤੇਰਾ ਮਨ। ਇਸ ਦਾ ਮਤਲਬ ਕਲੀਅਰ ਹੈ ਕਿ ਬਾਹਰਲੀ ਭਟਕਣਾ ਛੱਡ ਕੇ ਅੰਦਰਲੇ ਪਾਸੇ ਮਨ ਤੇ ਟਿਕਾ ਕਰਨ ਦੀ ਲੋੜ ਹੈ। ਸਾਡੀ ਸਾਰੀ ਐਕਟੀਵਿਟੀ ਇਸ ਪਾਸੇ ਵੱਲ ਹੋਣੀ ਚਾਹੀਦੀ ਹੈ ਕਿ ਸਾਨੂੰ ਆਪਣੇ ਅੰਦਰ ਬੈਠੇ ਰੱਬ ਦੇ ਨਾਲ ਮਨ, ਅੰਦਰਲੇ ਰੱਬ ਨਾਲ ਮਿਲਣਾ ਜੁਲਣਾ, ਗੱਲਾਂ ਕਰਨੀਆਂ ਚੰਗੀਆਂ ਲੱਗਣ। ਮਨ ਨੂੰ ਅੰਦਰਲੇ ਰੱਬ ਨਾਲ ਮਿਲਣਾ ਜੁਲਣਾ, ਗੱਲਾਂ ਕਰਨੀਆਂ ਚੰਗੀਆਂ ਲੱਗਣ। ਜਿਤਨੇ ਅਸੀਂ ਧਾਰਮਿਕ ਕਰਮ ਕਰਦੇ ਹਾਂ, ਜਿਤਨੇ ਅਸੀਂ ਬਾਹਰਲੇ ਕਰਮ ਕਰਦੇ ਹਾਂ, ਤ੍ਰੈਗੁਣੀ ਮਾਇਆ ਦੇ ਅਧੀਨ, ਭਾਵੇਂ ਸੰਸਾਰਿਕ ਤੌਰ ਉੱਤੇ ਮਾਇਆ ਕਮਾਉਣ ਵਾਸਤੇ, ਸਕਸੈਸ ਵਾਸਤੇ, ਪਰਿਵਾਰਕ ਲਾਈਫ ਵਾਸਤੇ, ਸਮਾਜਿਕ ਲਾਈਫ ਵਾਸਤੇ, ਜਿਤਨੇ ਵੀ ਅਸੀਂ ਵਿਕਾਰਾਂ ਤੇ ਔਗੁਣਾਂ ਦੇ ਅਧੀਨ ਕੰਮ ਕਰਦੇ ਹਾਂ, ਤਮੋਗੁਣ ਦੇ ਅਧੀਨ, ਪਹਿਲੇ ਵਾਲੇ ਰਜੋਗੁਣ ਦੇ ਅਧੀਨ, ਤੇ ਤੀਜੇ ਅਸੀਂ ਪਾਠ ਕਰਦੇ ਹਾਂ, ਨਿਯਮ ਨਿਭਾਉਂਦੇ ਹਾਂ, ਚੰਗੇ ਕੰਮ ਕਰਦੇ ਹਾਂ, ਉਹ ਸਾਰੇ ਸਤੋਗੁਣ ਦੇ ਅਧੀਨ ਕੰਮ ਹਨ। ਇਹ ਸਾਰੇ ਬਾਹਰਲੇ ਕਰਮ ਦੇ ਅਧੀਨ ਨੇ, ਭਾਵੇਂ ਧਾਰਮਿਕ ਨੇ, ਭਾਵੇਂ ਸਮਾਜ ਵਾਸਤੇ ਕਰਦੇ ਹਾਂ। ਤਮੋਗੁਣ ਦੇ ਅਧੀਨ, ਰਜੋਗੁਣ ਦੇ ਅਧੀਨ ਪਾਠ ਕਰਦੇ ਹਾਂ, ਉਹ ਸਾਰੇ ਸਤੋਗੁਣ ਦੇ ਅਧੀਨ ਕਰਦੇ ਹਾਂ। ਇਹ ਸਾਰੇ ਬਾਹਰਲੇ ਕਰਮ ਹਨ। ਸਾਡੀ ਮੈਕਸਿਮਮ ਮਹੱਤਤਾ ਭਾਵੇਂ ਧਾਰਮਿਕ ਨੇ, ਭਾਵੇਂ ਸੰਸਾਰਕ ਨੇ, ਭਾਵੇਂ ਸਾਡੇ ਔਗੁਣਾਂ ਤੇ ਵਿਕਾਰਾਂ ਵਾਲੇ ਹਨ, ਇਤਨੀ ਮਹੱਤਤਾ ਦੇਣੀ ਛੱਡ ਦੇ।
ਜੇ ਤੂੰ ਉਹਦੇ ਨਾਲ ਪਰਚਾ ਪਾ ਲਵੇਂਗਾ, ਉਸਦੇ ਨਾਲ ਪਿਆਰ ਪਾ ਲਵੇਂਗਾ, ਫਿਰ ਯਕੀਨ ਜਾਨੀ ਉਹ ਨਿਰਭਉ ਜਿੱਥੇ ਰਹਿੰਦਾ ਹੈ ਉੱਥੇ ਤੇਰੀ ਪਹੁੰਚ ਹੋ ਜਾਵੇਗੀ। ਸਰੀਰ ਤੋਂ ਉਪਰਾਮਤਾ ਵਾਲੀ ਵੀ ਅਵਸਥਾ ਆ ਸਕਦੀ ਹੈ, ਪਰ ਪਹਿਲੇ ਅੰਦਰ ਜਾ, ਬਾਹਰ ਦੀ ਮਹੱਤਤਾ ਛੱਡ ਦੇ, ਅੰਦਰ ਦੀ ਮਹੱਤਤਾ ਵਧਾ ਕੇ ਮੈਕਸਿਮਮ ਕਰ ਦੇ ਤੇ ਅੰਦਰ ਬੈਠੇ ਰੱਬ ਨਾਲ ਗੱਲਾਂ ਕੀਤਾ ਕਰ। ਫਿਰ ਵੇਖੀ ਤੇਰੀ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆਉਂਦਾ ਹੈ, ਜ਼ਿੰਦਗੀ ਦੇ ਵਿੱਚ ਕੀ ਤਬਦੀਲੀ ਆਉਂਦੀ ਹੈ। ਖੇੜੇ ਹੋਰ ਵਿਕਾਸ ਦੀ ਅਵਸਥਾ ਵਿੱਚ ਵਿਚਰਦਾ ਹੈ। ਇਸ ਤਰ੍ਹਾਂ ਦੀ ਅਵਸਥਾ ਹੈ ਜਿਵੇਂ ਜਪਜੀ ਸਾਹਿਬ ਦੀ 8ਵੀਂ 9ਵੀਂ ਤੇ 10ਵੀਂ 11ਵੀਂ ਪੌੜੀ ਦੇ ਐਂਡ ਵਿੱਚ ਜੋ ਸਤਿਗੁਰ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਬਿਆਨ ਕਰਦੇ ਨੇ, ਜਦੋਂ ਕਹਿੰਦੇ ਨੇ ਨਾਨਕ ਭਗਤਾਂ ਸਦਾ ਵਿਗਾਸ, ਉਹ ਹਮੇਸ਼ਾ ਵਿਗਾਸ ਵਿੱਚ ਰਹਿੰਦੇ ਨੇ, ਖੇੜੇ ਦੇ ਵਿੱਚ ਰਹਿੰਦੇ ਨੇ, ਕਿਉਂਕਿ ਉਹ ਅੰਦਰ ਤੋਂ ਰੱਬ ਨਾਲ ਪਰਚੇ ਹੁੰਦੇ ਨੇ, ਦੁਨੀਆ ਦੀ ਤ੍ਰੈਗੁਣੀ ਮਾਇਆ ਦੇ ਅਧੀਨ ਨਹੀਂ ਹੁੰਦੇ, ਨਾ ਧਾਰਮਿਕ ਕਰਮਾਂ ਦੇ ਵਿੱਚ, ਨਾ ਸੰਸਾਰਕ ਕਰਮਾਂ ਦੇ ਵਿੱਚ, ਨਾ ਹੀ ਵਿਕਾਰਾਂ ਤੇ ਔਗੁਣਾਂ ਦੇ ਵਿੱਚ। ਉਹ ਕੁਝ ਅਹਿਮੀਅਤ ਨਹੀਂ ਰੱਖਦੇ। ਇਹ ਗੱਲ ਸਮਝਣ ਦੀ ਲੋੜ ਹੈ। ਬਾਣੀ ਅਥਾਹ ਸਾਗਰ ਹੈ। ਇसी ਭਾਵ ਨੂੰ ਬਿਆਨ ਕਰਦੇ ਹੋਏ ਸ਼ਬਦ ਹਨ ਜਿਸ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਮਾਇਆ ਰੂਪੀ ਤ੍ਰੈਗੁਣੀ ਬਿਖ ਤੇ ਨਾਮ ਰੂਪੀ ਅੰਮ੍ਰਿਤ ਰੱਬ ਦੇ ਬਣਾਏ ਹੋਏ ਨੇ। ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ, ਆਪੇ ਕਰਤਾ ਕਰੇ ਕਰਾਏ, ਜੋ ਤਿਸ ਭਾਵੈ ਤਿਸੈ ਖਵਾਏ। ਇਹ 1172 ਅੰਕ ਤੇ ਬਸੰਤ ਮਹਿਲਾ ਤੀਜਾ ਘਰ ਪਹਿਲਾ ਦੋ ਤੁਕੇ ਦੇ ਸਿਰਲੇਖ ਸੁਸ਼ੋਭਿਤ ਸ਼ਬਦ ਹੈ ਅਤੇ ਦੂਸਰਾ ਸ਼ਬਦ ਪੰਚਮ ਪਾਤਸ਼ਾਹ ਦਾ 385 ਅੰਕ ਤੇ ਹੈ, ਜਿਸ ਦਾ ਸਿਰਲੇਖ ਹੈ ਆਸਾ ਮਹਿਲਾ ਪੰਜਵਾਂ। ऐसा करो विचार ज्ञानी, जाते पाइए पद निर्मानी, आस पास बिखुआ के कुंटा, बिच अमृत है भाई रे रहाओ। तेरे अंदर रब्बी जोत है, ਔਗੁਣਾਂ ਨੇ ਵਿਕਾਰਾਂ ਨੇ ਉੱਥੇ ਗੱਡਾਂ ਬੱਧ ਲਈਆਂ ਹੋਈਆਂ ਨੇ। ਮਾਇਆ ਰੂਪੀ ਬਿਖ ਉਹਨਾਂ ਨੂੰ ਬਾਹਰ ਕੱਢ ਤੇ ਆਪਣੀ ਬਿਰਤੀ ਅੰਮ੍ਰਿਤ ਨਾਲ ਜੋੜ ਤੇ ਤ੍ਰੈਗੁਣੀ ਮਾਇਆ ਤੋਂ ਛੁਟਕਾਰਾ ਪਾ। ਜੋ ਵਿਕਾਰਾਂ ਨੇ ਔਗੁਣਾਂ ਨੇ ਉਹਨਾਂ ਨੂੰ ਕੱਢ ਕੇ ਬਾਹਰ ਕਰ, ਜੋ ਵਿਕਾਰ ਨੇ ਔਗਣ ਨੇ ਉਹਨਾਂ ਨੂੰ ਕੱਢ ਕੇ ਬਾਹਰ ਕਰ ਤੇ ਆਪਣੀ ਬਿਰਤੀ ਅੰਮ੍ਰਿਤ ਨਾਲ ਜੋੜ। ਬਿਖੁਆ ਜਿਹੜੀ ਤ੍ਰੈਗੁਣੀ ਜ਼ਹਿਰ ਹੈ, ਤੇ ਇਸ ਸ਼ਬਦ ਵਿੱਚ ਕੰਚੂਆ ਤੇ ਮੋਤੀ ਦੀ ਗੱਲ ਕੀਤੀ ਹੋਈ ਹੈ। ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਦੀ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।